ਅੱਜ ਦੇ ਬਹੁਤ ਹੀ ਮਾਣਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪੁਰਾਤਨ ਕਿੱਸੇ ਗੁੱਗੇ ਜ਼ਾਹਰ ਪੀਰ ਦੀ ਗੱਲ ਕਰਾਂਗੇ। ਉਹਦਾ ਪੁਰਾਣਾ ਇਤਿਹਾਸ ਨਾ ਸਮਝ ਆਵੇ ਉਹਨਾਂ ਚਿਰ ਗੱਲ ਨਹੀਂ ਬਣਦੀ। ਇੱਕ ਰਾਜਾ ਉਮਰ ਹੋਇਆ ਰਾਜਪੂਤ ਰਾਜਸਥਾਨ ਦੇ ਵਿੱਚ। ਗੁੱਗੇ ਦਾ ਜਨਮ ਦਦਰੇੜੇ ਦਾ, ਦਦਰੇੜਾ ਰਾਜਸਥਾਨ ਦੇ ਵਿੱਚ ਹੈ। ਉੱਥੇ ਸੋਮਲ ਨਾਂ ਦਾ ਰਾਜਪੂਤ ਹੈ, ਉਮਰ ਦਾ ਭਰਾ। ਜਿਹੜਾ ਸੋਮਲ ਹੈ ਇਹ ਉਹਦੇ ਪੁੱਤ ਨੇ ਦੋ, ਜੇਵਰ ਅਤੇ ਤੇਵਰ। ਇਹਨਾਂ ਦੀ ਮਾਸੀ ਦਾ ਪੁੱਤ ਹੈ ਪ੍ਰਿਥਵੀ ਰਾਜ ਚੌਹਾਨ, ਦਿੱਲੀ ਵਾਲਾ। ਉਹਦਾ ਨਾਨਾ ਹੋਇਆ ਰਾਜਾ ਅਨੰਗਪਾਲ, ਜਿਹੜਾ ਔਤ ਮਰ ਗਿਆ। ਉਹ ਜਿਹੜਾ ਬਠਿੰਡੇ ਦਾ ਕਿਲ੍ਹਾ ਬਣਿਆ ਹੋਇਆ ਅੱਜ ਤੁਸੀਂ ਦੇਖਦੇ ਹੋ, ਇਹ ਅਨੰਗਪਾਲ ਦਾ ਬਣਾਇਆ ਹੋਇਆ। ਉਹ ਔਤ ਮਰ ਗਿਆ, ਦਿੱਲੀ ਪ੍ਰਿਥਵੀ ਰਾਜ ਨੂੰ ਸਮਾ ਗਿਆ। ਹੁਣ ਦਿੱਲੀ ਮਹਿਮੂਦ ਚੜ੍ਹਾਈ ਕਰਕੇ ਆਇਆ ਲੁੱਟਣ, ਤਾਂ ਪ੍ਰਿਥਵੀ ਰਾਜ ਚੌਹਾਨ ਨੇ ਉਹ ਨੂੜ ਲਿਆ, ਬੰਨ੍ਹ ਲਿਆ। ਬਹੁਤ ਕੁੱਟਿਆ ਮਾਰਿਆ, ਅਖੀਰ ਮਿੰਨਤਾਂ ਤਾਲੀਆਂ ਕਰਕੇ ਜਾਨ ਛੁਡਾ ਕੇ ਉਹ ਆਪਣੇ ਗਜਨ ਮੁੜ ਗਿਆ, ਵਾਪਸ ਹੋ ਗਿਆ। ਜੇਵਰ ਤੇਵਰ ਵੀ ਉੱਥੇ ਗਏ। ਉਹ ਕਹਿੰਦੇ ਉਹ ਤਾਂ ਛੱਡਿਆ ਕਿਉਂ? ਆਪਾਂ ਤਾਂ ਉਹ ਮਾਰਨਾ, ਜੇ ਹੁਣ ਆਇਆ ਆਪਾਂ ਉਹ ਛੱਡਣਾ ਨਹੀਂ ਹੈ। ਕਹਿੰਦੇ ਵੀ ਚਲੋ ਤੁਹਾਡੀ ਮਰਜ਼ੀ। ਹੁਣ ਦੂਸਰੇ ਪਾਸੇ ਦੁੱਲੇ ਦਾ, ਗੁੱਗੇ ਪੀਰ ਦਾ ਜਨਮ ਕਿੱਥੇ ਹੋਇਆ, ਕਿਵੇਂ ਹੋਇਆ, ਉਹ ਵਾਰਤਾ ਕਹਿਣ ਜਾ ਰਹੇ ਹਾਂ। ਜੇਵਰ ਅਤੇ ਤੇਵਰ ਦੇ ਘਰੇ ਕਾਂਸ਼ਲ ਅਤੇ ਬਾਂਸਲ ਦੋਏ ਸਕੀਆਂ ਭੈਣਾਂ ਨੇ। ਇਹ ਦੋਏ ਸਕੇ ਭਰਾ ਨੇ। 5-7 ਸਾਲ ਬੀਤ ਗਏ, ਕੋਈ ਔਲਾਦ ਨਾ ਹੋਈ। ਜਾਣੀ ਕਿ ਢਿੱਡੋਂ ਦੋਨੇ ਭੈਣਾਂ ਨਾ ਫੁੱਟੀਆਂ। ਅਖੀਰ ਨੂੰ ਉੱਥੇ ਗੋਰਖਨਾਥ ਦੀ ਮੰਡਲੀ 1400 ਨਾਥ ਲੈ ਕੇ ਨਾਲ ਉਹ ਆ ਗਿਆ ਦੁੱਧਾ ਖੇੜੀ ਦੇ ਵਿੱਚ। ਉਹਨਾਂ ਨੇ ਧੂਣਾ ਲਾਇਆ। ਉੱਥੇ ਜਾ ਕੇ ਬਾਂਸਲ ਨੇ ਦਿਨ ਰਾਤ ਬੜੀ ਸੇਵਾ ਕੀਤੀ। ਗੁੱਗੇ ਦੀ ਮਾਂ ਨੇ ਦਿਨ ਰਾਤ ਸੇਵਾ ਕਰਨ ਤੋਂ ਬਾਅਦ ਜਦੋਂ ਨਾਥ ਖੁਸ਼ ਹੋ ਗਏ, ਗੋਰਖਨਾਥ ਕਹਿੰਦਾ ਮੰਗ ਬੇਟੀ ਜੋ ਮੰਗਦੀ ਹੈ। ਕਹਿੰਦੀ ਬਾਬਾ ਜੀ ਮੈਂ ਇਸ਼ਨਾਨ ਪਾਨ ਕਰਿਆ ਵਾਂ, ਤੜਕੇ ਆ ਕੇ ਮੰਗ ਲੂੰ। ਕਹਿੰਦੇ ਜਾ ਕਰਿਆ ਭਾਈ। ਹੁਣ ਗੋਲੀ ਨੇ ਜਾ ਕੇ ਸਾਰੀ ਉਹ ਗੱਲ ਕਾਂਸ਼ਲ ਨੂੰ ਦੱਸਦੀ ਵੀ ਸੇਵਾ ਕਰੀ ਹੋਈ ਆ, ਨਾਥ ਵਰ ਦੇਊਗਾ। ਉਹ ਕਹਿੰਦੀ ਫਿਰ ਐਂ ਕਰ, ਇੱਕ ਤਾਂ ਉਹਦੀ ਜੁੱਤੀ, ਇੱਕ ਉਹਦਾ ਸੂਟ ਬਾਂਸਲ ਦਾ ਮੰਗ ਕੇ ਲਿਆ। ਉਹ ਬਾਗੀ ਕਹਿੰਦੀ ਤੇਰੀ ਭੈਣ ਨੇ ਇੱਕ ਸੂਟ ਮੰਗਾਇਆ, ਇੱਕ ਜੁੱਤੀ ਮੰਗਾਈ ਹੈ। ਉਹ ਲੈ ਗਈ ਪਾ ਕੇ। ਉਹ ਤਾਂ ਅੱਧੀ ਰਾਤ ਨਹੀਂ ਹੋਣ ਦਿੱਤੀ। ਟਿੰਗੜ ਜੇ ਸਿਰ 'ਤੇ ਖੜੇ ਨੇ, ਜਾ ਕੇ ਹੋ ਗਈ ਨਾਥ ਦੇ ਨਾਲੇ। ਕਹਿੰਦੀ ਬਾਬਾ ਜੀ ਦਿਓ ਵਰਦਾਨ। ਉੱਠ ਕੇ ਜਦੋਂ ਗੋਰਖ ਨੇ ਮਾਰੀ ਨਿਗਾਹ, ਕਹਿੰਦਾ ਸਹੁਰੀ ਇਹ ਕਮਲੀ ਹੋਈ ਹੈ, ਅੱਧੀ ਰਾਤ ਦੇ ਟਾਈਮ ਵੀ ਆ ਗਈ, ਤੂੰ ਤਾਂ ਕਹਿੰਦੀ ਮੈਂ ਤੜਕੇ ਆਊਂ। ਕਹਿੰਦੀ ਬਾਬਾ ਮੈਨੂੰ ਤਾਂ ਪੁੱਤ ਦੀ ਬਹੁਤ ਕਾਹਲ ਹੈ। ਜਿੰਨਾ ਚਿਰ ਲਾਲ ਨਾ ਗੋਦੀ ਦੇ ਵਿੱਚ ਖੇਡਦਾ ਹੋਵੇ ਔਰਤ ਸ਼ੋਭਾ ਨਹੀਂ ਪਾਉਂਦੀ। ਉਹ ਔਰਤ ਕਹਾਉਣ ਦੀ ਹੱਕਦਾਰ ਹੀ ਨਹੀਂ ਹੁੰਦੀ। ਸੋ ਹੁਣ ਮੈਂ ਤਾਂ ਛੇਤੀ ਆਪਦੇ ਲਾਲ ਕਢਾਉਣੇ ਆ, ਵਰ ਦੇ। ਕਹਿੰਦਾ ਕੋਈ ਨਹੀਂ ਫਿਰ ਦੇ ਦਾਂਗੇ, ਬਹਿ ਜਾ। ਕਹਿੰਦੀ ਨਾ ਬਾਬਾ ਛੇਤੀ ਕਰ। ਅਖੀਰ 2-2:30 ਵਜੇ ਕਹਿੰਦਾ ਚੰਗਾ ਐਂ ਕਰ, 2 ਜੌਂ ਦੇ ਤੇ ਆ ਲੈ ਜਾ। ਜੌੜੇ ਪੁੱਤ ਹੋਣਗੇ, ਉਹਨਾਂ ਦਾ ਨਾਂ ਉਰਜਣ ਅਤੇ ਸੁਰਜਣ ਰੱਖੀ। ਕਹਿੰਦੀ ਬਹੁਤ ਅੱਛਾ ਮਹਾਰਾਜ। ਹੁਣ ਉਹ ਗੋਰਖਨਾਥ ਨੇ ਜਦੋਂ ਵੱਜੇ 4 ਪੂਰਤਾ ਸੰਖ, ਕਹਿੰਦਾ ਚਲੋ ਬਈ ਮੰਡਲੀ ਰਵਾਨ ਹੋ ਗਈ। ਜਦੋਂ ਹੁਣ ਜਾ ਕੇ ਉੱਥੇ ਦੇਖਿਆ ਬਾਂਸਲ ਨੇ ਨਾ ਟੁਣੀਆਂ ਨਾ ਪੱਤ, ਨਾ ਨਾਥ ਨਾ ਧੂਣਾ। 4-5 ਕੋਹ ਲੰਘੇ। ਹੁਣ ਬਾਂਸਲ ਮਗਰ ਭੱਜੀ ਜਾਂਦੀ ਹੈ। ਅਖੀਰ ਜਾ ਕੇ 5 ਕੋਹ 'ਤੇ ਘੇਰ ਲਿਆ ਗੋਰਖਨਾਥ ਨੂੰ। ਕਹਿੰਦੀ ਬਾਬਾ ਜੀ ਮੈਨੂੰ ਵਰਦਾਨ ਦੇਣਾ ਭੁੱਲ ਹੀ ਆਏ। ਕਹਿੰਦਾ ਸਹੁਰੀਏ 2 ਪੁੱਤਾਂ ਤੈਨੂੰ ਦੇ ਦਿੱਤੇ, ਹੋਰ ਕੀ ਦਈਏ? ਕਹਿੰਦੀ ਨਾ ਮਹਾਰਾਜ ਮੈਨੂੰ ਨਹੀਂ ਦਿੱਤੇ। ਕਹਿੰਦਾ ਫੇਰ ਹੋਰ ਕੌਣ ਲੈ ਗਈ? ਕਹਿੰਦੀ ਤੇਰੇ ਤੇ ਮੇਰੇ ਨਾਲ ਠੱਗੀ ਵੱਜ ਗਈ, ਦੇਖੋ ਧਿਆਨ ਲਾ ਕੇ। ਕਹਿੰਦਾ ਠੱਗੀ ਵੱਜ ਗਈ? ਕਹਿੰਦੀ ਹਾਂ। ਜਦੋਂ ਗੋਰਖ ਨੇ ਮਾਰੀ ਨਿਗਾਹ ਅੰਦਰ ਧਿਆਨ ਹੋ ਕੇ ਵੀ ਹਾਂ ਵਾਕਈ ਗੱਲ ਸੱਚ ਹੈ, ਕਿਉਂਕਿ ਜਾਣੀ ਜਾਣਤੀ ਸਿੱਧਾਂ ਦਾ ਸਿੱਧ, ਨਾਥਾਂ ਦਾ ਨਾਥ, ਜੋਗੀਆਂ 'ਚੋਂ ਜੋਗੀ ਗੁਰੂ ਗੋਰਖ ਜੱਤੀ। ਕਹਿੰਦਾ ਬੀਬਾ ਠੀਕ ਹੈ। ਕਹਿੰਦਾ ਬਹਿ ਜਾ ਇੱਥੇ।
ਬਹਿ ਗਈ। ਚੇਲਿਆਂ ਨੂੰ ਕਹਿੰਦਾ ਵੀ ਧੂਣਾ ਲਾਓ, ਬਹਿ ਗਏ। ਕਹਿੰਦਾ ਸਾਨੂੰ ਕਿਸੇ ਨੇ ਬੁਲਾਉਣਾ ਨਹੀਂ। ਸਮਾਧੀ 'ਚ ਲੀਨ ਹੋ ਕੇ ਕੈਲਾਸ਼ ਪਰਬਤ 'ਤੇ ਸ਼ੰਕਰ ਭਗਵਾਨ ਕੋਲ ਗਏ। ਕਹਿੰਦੀ ਵੀ ਐਂ ਕਰਕੇ ਆਹ ਗੱਲ ਅੜ ਗਈ। ਕਹਿੰਦਾ ਅੱਛਾ। ਕਹਿੰਦਾ ਹਾਂ। ਹੁਣ ਸ਼ੰਕਰ ਭਗਵਾਨ ਨੇ ਗੁੱਗਲ ਦੇ ਦਿੱਤੀ। ਕਹਿੰਦਾ ਆਹ ਲੈ ਜਾ, ਇਹ ਗੁੱਗਲ ਜਿੱਥੇ ਜਿੱਥੇ ਵੀ ਜਾਊਗੀ ਉੱਥੇ ਉੱਥੇ ਹੀ ਪੁੱਤਰ ਪੈਦਾ ਹੋਣਗੇ। ਹੁਣ ਗੁੱਗਲ ਲੈ ਕੇ ਆ ਗਿਆ। ਗੋਰਖ ਕਹਿੰਦਾ ਆਹ ਲੈ, ਤੇਰੇ ਐਸਾ ਤੇਜ ਪ੍ਰਤਾਪੀ ਪੁੱਤਰ ਪੈਦਾ ਹੋਊਗਾ ਜਿਹੜਾ ਉਹਨਾਂ ਦੇ ਸਿਰ ਵੱਢ ਕੇ ਤੇਰੇ ਸਾਹਮਣੇ ਲਿਆਊਗਾ, ਜਿਹੜੇ ਚੋਰੀ ਹੋਏਗੀ। ਸਾਰੀ ਦੁਨੀਆ ਮੰਨੂਗੀ ਤੇਰੇ ਪੁੱਤ ਨੂੰ। ਹੁਣ ਉਹ ਗੁੱਗਲ ਲੈ ਕੇ ਘਰੇ ਆ ਗਈ ਰਾਣੀ। ਜਿਹੜੀਆਂ ਗੋਲੀਆਂ ਬਾਂਦੀਆਂ ਤੇ ਸਾਰੀਆਂ ਨੂੰ ਪਿਆਤੀ। ਸਾਰੀਆਂ ਦੇ ਕਿਸੇ ਦੇ 2 ਮੁੱਤ ਹੋਏ, ਕਿਸੇ ਦੇ 1 ਹੋਇਆ। ਗੁੱਗੇ ਆਪ ਪੀ ਲਈ। ਗੁੱਗਾ ਪੈਦਾ ਹੋਇਆ। ਬਚਦੀ ਗੁੱਗਲ ਘੋੜੀ ਨੂੰ ਪਿਆਤੀ, ਕਿਉਂਕਿ ਜ਼ਿਆਦਾ ਪਾਣੀ 'ਚ ਘੋਲੀ ਗਈ। ਉਹ ਜਦੋਂ ਘੋੜੀ ਨੂੰ ਪਿਆਤੀ, ਘੋੜੀ ਦੇ ਨੀਲਾ ਹੋਇਆ ਬਸ਼ੇਰਾ, ਜਿੱਤੇ ਗੁੱਗਾ ਸਵਾਰ ਹੈ। 2 ਕੋਲੀ ਹੋਏ ਨੇ ਘੋੜੇ, ਜਾਂ ਤਾਂ 10ਵੇਂ ਪਾਤਸ਼ਾਹ ਕੋਲੇ ਜਾਂ ਗੁੱਗੇ ਕੋਲੇ। ਇਹ 2 ਹੀ ਆਏ ਨੇ ਅੱਜ ਤੱਕ ਇਸ ਜਹਾਨ ਦੇ ਉੱਤੇ। ਲਓ ਫੇਰ ਕੀ, ਗੁੱਗੇ ਦਾ ਗੁੱਗਾ ਗਰਭ ਦੇ ਵਿੱਚ ਪਲ ਰਿਹਾ। ਉੱਧਰੋਂ ਇਹਨਾਂ ਦੀ ਭੂਆ ਆ ਕੇ ਜੇਵਰ ਨੂੰ ਲਾਤੀ ਉਂਗਲ। ਕਹਿੰਦੀ ਤੇਰੀ ਰਾਣੀ ਸਾਧਾਂ ਮਗਰ ਫਿਰਦੀ ਮੈਂ ਦੇਖੀ ਹੈ। ਇਹ ਜਿਹੜਾ ਇਹਦੇ ਪੇਟ 'ਚ ਪਲਦਾ ਤੇਰਾ ਤਾਂ ਪੁੱਤ ਹੀ ਨਹੀਂ ਹੈ, ਇਹ ਤਾਂ ਕਿਤੋਂ ਹੋਰ ਆਇਆ। ਕੱਲ੍ਹ ਨੂੰ ਵੱਡਾ ਹੋ ਕੇ ਜੇ ਉਹ ਆਪਦੇ ਬਾਪ ਕੋਲੇ ਵਗ ਗਿਆ ਤੇਰੀ ਕੀ ਰਹੂਗੀ। ਉਹਨੇ ਰਾਣੀ ਘਰੋਂ ਕੱਢਤੀ। ਕਹਿੰਦਾ ਜਾ ਬਈ। ਹੁਣ ਰਾਣੀ ਗੱਡੇ ਦੇ ਉੱਤੇ ਸਵਾਰ ਹੈ, ਬਲਦ ਜੁੜੇ ਹੋਏ ਨੇ, ਪੇਕਿਆਂ ਨੂੰ ਜਾ ਰਹੀ ਹੈ। ਪੇਕਿਆਂ ਨੂੰ ਜਾ ਰਹੀ ਹੈ। ਰਾਹ ਦੇ ਵਿੱਚ ਇੱਕ ਨਾਗ ਦਾ ਬੈਰ ਸੀ ਆਪਣੇ ਗੁੱਗੇ ਦੇ ਵੱਡ ਵਡੇਰਿਆਂ ਨਾਲ। ਉਹ ਕਹਿੰਦਾ ਵੀ ਐਂ ਕਰ, ਆਹ ਗੁੱਗਾ ਜਾ ਰਿਹਾ ਇਹਦੇ ਵਿੱਚ, ਇਹਦੇ ਪੇਟ ਦੇ ਵਿੱਚ ਜਿਹੜੀ ਰਾਣੀ ਜਾ ਰਹੀ ਹੈ, ਇਹਦੇ ਪੇਟ 'ਚ ਗੁੱਗਾ ਹੈ, ਤੂੰ ਇਹਦੇ 2 ਬਲਦ ਡੰਗ ਦੇ ਤੂੰ ਅੱਗੇ ਜਾਣ ਨਾਲ। ਉਹਨੇ 2 ਬਲਦ ਡੰਗ ਤੇ, ਬਲਦ ਮਰ ਗਏ। ਜਦੋਂ ਬਲਦ ਮਰ ਗਏ, ਹੁਣ ਰਾਣੀ ਸੋਚਦੀ ਹੈ ਹੁਣ ਕਾਹਦੇ ਨੂੰ ਤੁਰਿਆ ਜਾਵੇ, ਤੁਰਨਾ ਬਹੁਤ ਔਖਾ ਹੈ। ਹੁਣ ਗੁੱਗਾ ਬੋਲਦਾ ਇੱਥੇ ਇੱਕ ਭਾਰਤ ਵਰਸ਼ ਦੀਆਂ ਔਰਤਾਂ ਵਾਸਤੇ ਜ਼ਰੂਰੀ ਗੱਲ ਦੱਸਣ ਜਾ ਰਹੇ ਹਾਂ, ਕੰਨ ਖੋਲ੍ਹ ਕੇ ਸੁਣ ਲਓ। ਕੀ ਕਿਹਾ? ਗੁੱਗਾ ਗਰਭ ਦੇ ਵਿੱਚੋਂ ਬੋਲਦਾ। ਕਹਿੰਦਾ ਮਾਂ ਪਤੀ ਵਰਤ ਹੈ ਤੂੰ? ਕਹਿੰਦੀ ਹਾਂ ਬੇਟਾ। ਕਹਿੰਦਾ ਆਪਣੇ 2 ਬਾਲ ਬਲਦਾਂ ਦੇ ਸਿੰਘਾਂ ਨੂੰ ਬੰਨ੍ਹ ਦੇ। ਉਹਨੇ 2 ਬਾਲ ਪੱਟੇ ਬਲਦਾਂ ਦੇ ਸਿੰਘਾਂ ਨੂੰ ਬੰਨ੍ਹ ਤੇ ਬਲਦ ਖੜੇ ਹੋ ਗਏ। ਅੱਜ ਵੀ ਜੋ ਕੋਈ ਔਰਤ ਹੈ ਸਤੀ ਤਾਂ ਜਿੱਡਾ ਮਰਜ਼ੀ ਡੰਗਿਆ ਹੋਵੇ ਸੱਪ ਦਾ, ਆਪਣੇ ਸਿਰ ਦੇ ਬਾਲ ਉਸ ਨੌਜਵਾਨ ਦੇ ਗੁੱਟ ਨੂੰ ਬੰਨ੍ਹ ਦਿਓ, ਜਿਉਂਦਾ ਹੋ ਜੂਗਾ, ਮਰਦਾ ਨਹੀਂ। ਜੇ ਅੱਜ ਹੈ ਕੋਈ ਦੁਨੀਆ ਦੇ ਵਿੱਚ, ਉਹ ਬੀਨਾਸ਼ਤਾ ਹੁੰਦਾ ਨਹੀਂ ਹੁੰਦਾ। ਸਾਰੀ ਦੁਨੀਆ ਕਹਿੰਦੀ ਹੈ ਕਿ ਕੋਈ ਨਾ ਕੋਈ ਹੁੰਦਾ ਹੀ ਹੈ। ਸੋ ਜੇ ਇਹੋ ਜਿਹੀ ਸਤਵੰਤੀ ਭਾਗਵਾਨ ਔਰਤ ਹੋਵੇ, ਉਹ ਵਾਲ ਬੰਨ੍ਹ ਦੇਵੇ ਆਪਦਾ ਪੱਟ ਕੇ ਸੱਜੇ ਗੁੱਟ ਦੇ ਉੱਤੇ, ਸੱਪ ਦਾ ਡੰਗਿਆ ਬੰਦਾ ਮਰੂਗਾ ਨਹੀਂ। ਹੁਣ ਜੋ ਚਾਲੇ ਪਾਲੇ ਬਾਗੇ ਨਾਨੇ ਦੇ ਘਰੇ ਜਨਮ ਦਾ ਟਾਈਮ ਆ ਗਿਆ ਗੁੱਗੇ ਦਾ। ਕਹਿੰਦਾ ਮਾਂ ਚੱਲ ਚਲੀਏ ਆਪਣੇ ਪਿੰਡ। ਕਹਿੰਦੀ ਪੁੱਤ ਮੈਨੂੰ ਤਾਂ ਉਹਨੇ ਕੋਰੜੇ ਮਾਰ ਕੇ ਕੱਢਿਆ ਘਰੋਂ, ਤੂੰ ਕਹਿੰਦਾ ਆਪਾਂ ਚੱਲੀਏ। ਕਹਿੰਦਾ ਨਾ, ਨਾਨੇ ਦੇ ਘਰੇ ਜਨਮ ਨਹੀਂ ਲੈਣਾ। ਦੁਨੀਆ ਪਤਾ ਕੀ ਕਹੂਗੀ? ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਮਾਈ ਕੁੱਤਾ। ਆਹ ਅਖਾਣ ਮੈਂ ਦੁਨੀਆ ਦੇ ਤੇ ਚੱਲਣ ਨਹੀਂ ਦੇਣਾ। ਜੇ ਜਨਮ ਲਊਂਗਾ ਮੈਂ ਮੇਰੇ ਬਾਪ ਜੇਵਰ ਦੇ ਮਹਿਲਾਂ 'ਚ ਲਊਂਗਾ, ਨਹੀਂ ਮੈਂ ਜਨਮ ਨਹੀਂ ਲੈਂਦਾ। ਕਹਿੰਦੀ ਪੁੱਤ ਉਹ ਕਿਵੇਂ? ਕਹਿੰਦਾ ਫਿਰ ਮੈਂ ਅੱਜ ਹੀ ਹੀਲਾ ਕਰਦਾ, ਕੱਲ੍ਹ ਨੂੰ ਤਿਆਰ ਹੋ ਜਾ, ਆਪਾਂ ਚੱਲਾਂਗੇ। ਰਾਤ ਨੂੰ ਹੋ ਕੇ ਪੌਣ ਸਵਾਰ ਉੱਥੇ ਪਹੁੰਚ ਗਿਆ। ਧਾਰ ਕੇ ਵੱਡੇ ਸਾਰੇ ਨਾਗ ਦਾ ਸਰੂਪ ਫਿਰਦਾ ਮਾਰਦਾ ਫੰਕਾਰੇ ਮਹਿਲਾਂ 'ਚ। ਫੂੰ ਫੂੰ ਜਦੋਂ ਖੁੱਲ੍ਹੀ ਰਾਜੇ ਦੀ ਜਾ ਕੇ ਬੈਠਾ ਹੋ ਗਿਆ ਵੀ ਸੱਪ ਹੈ। ਸੱਪ ਨਹੀਂ, ਗੁੱਗਾ ਬਣ ਕੇ ਸਾਹਮਣੇ ਖੜ੍ਹ ਗਿਆ। ਕਹਿੰਦਾ ਉਹ ਬਾਪੂ, ਜਿਹੜੀ ਮੇਰੀ ਮਾਂ ਨੂੰ ਤੂੰ ਬੇਸਵਾ ਬਦਕਾਰ ਕਹਿ ਕੇ ਘਰੋਂ ਕੱਢਿਆ,
ਉਹਦੇ ਵਰਗੀ ਸਤਵੰਤੀ ਦਾ ਜੰਮਣੀ ਨਹੀਂ ਦੁਨੀਆ 'ਚ। ਜੇ ਬੰਨਾ ਹੈ ਤਾਂ ਉਹਨੂੰ ਲੈ ਕੇ ਆ। ਕਹਿੰਦਾ ਪੁੱਤ ਆ ਜੇ, ਮੈਂ ਕੀ ਕਹਿਣਾ। ਆ ਗੁੱਗੇ ਨੇ ਕਿਹਾ ਚੱਲ ਮਾਤਾ, ਜੋੜ ਕੇ ਗੱਡਾ ਉੱਥੋਂ ਆਪਣੇ ਪਿੰਡ ਆ ਗਏ। ਦੁੱਧਾ ਖੇੜੀ ਆ ਕੇ ਗੁੱਗੇ ਪੀਰ ਨੇ ਜਨਮ ਲੈ ਲਿਆ ਆਪਣੇ ਬਾਪ ਦੇ ਮਹਿਲਾਂ 'ਚ। ਹੁਣ ਜਨਮ ਲੈਣ ਤੋਂ ਬਾਅਦ ਹੌਲੀ ਹੌਲੀ ਬਾਲਕ ਉਮਰ, ਫਿਰ ਉਦੋਂ ਵੱਡਾ, ਜਾਣੇ ਪੂਰਾ ਜਵਾਨ ਹੋ ਗਿਆ ਗੁੱਗਾ। ਜਵਾਨ ਹੋਏ ਤੋਂ ਮੰਗਣਾ ਹੋ ਗਿਆ। ਹੁਣ ਜਿਹੜੇ ਮਾਸੀ ਦੇ ਪੁੱਤ ਸੀ ਉਰਜਣ ਤੇ ਸੁਰਜਣ, ਉਹ ਕਹਿੰਦੇ ਨੇ ਸਿਹਰੇ ਬੰਨ੍ਹ ਕੇ ਸ਼ਰੀਕ ਨਹੀਂ ਢੁਕਦੇ, ਛੱਡਦੇ ਕਸਰ ਕੋਈ ਨਾ। ਸ਼ਰੀਕ ਇੱਕ ਸਿਹਰੇ ਬੰਨ੍ਹ ਕੇ ਨਹੀਂ ਢੁਕਦਾ। ਫਿਰ ਕੀ ਹੋਇਆ, ਉਹਨਾਂ ਨੇ ਭਾਨੀ ਮਾਰਤੀ ਵੀ ਗੁੱਗੇ ਮਲੰਗ ਨੂੰ ਉਹ ਕਰੋਗੇ ਤੁਸੀਂ, ਤੁਹਾਡੀ ਕੁੜੀ ਵਿਆਹੋਗੇ। ਉਹਨਾਂ ਨੇ ਮੰਗਣੇ ਤੋਂ ਜਵਾਬ ਦਿੱਤਾ। ਰੋਜ਼ ਦਾ ਕਲੇਸ਼, ਰੋਜ਼ ਦੀ, ਕਿਉਂ ਘਰ ਨਾ ਘਰ ਵੱਟ ਸਾਂਝੀ ਦੀ, ਮਹਿਰ ਸਾਂਝਾ ਸੀ, ਲੜਾਈ ਝਗੜਾ ਰੋਜ਼ ਹੋਇਆ ਕਰੇ, ਰੋਜ਼ ਕਰ ਲਿਆ ਕਰਨ। ਉਹ ਅਖੀਰ ਜਦੋਂ ਉੱਧਰੋਂ ਮੰਗਣੇ ਦਾ ਰਸਮ ਵਗੈਰਾ ਸਾਰੀ ਵਾਪਸ ਹੋ ਗਈ, ਹੁਣ ਬਾਂਸਲ ਸੋਚਦੀ ਹੈ ਵੀ ਮੁੰਡਾ ਤਾਂ ਕੁਮਾਰਾ ਰਹਿ ਜੂ। ਭਾਲਦੀ ਭਲਾਉਂਦੀ ਗੁਰੂ ਗੋਰਖ ਕੋਲੇ ਪਹੁੰਚ ਗਈ। ਜਾ ਕੇ ਨਾਥਾਂ ਦੇ ਜਿਹੜੇ ਅੱਖ ਜਗਾਈ, ਹੈਂ ਦੱਸ ਮਾਤਾ ਕਿਵੇਂ ਆਈ। ਕਹਿੰਦੀ ਮਹਾਰਾਜ ਮੇਰੇ ਪੁੱਤ ਦੀ ਮੇਰੇ ਸ਼ਰੀਕਾਂ ਨੇ ਮੰਗਣੀ ਛਡਾਤੀ, ਹੁਣ ਮੈਂ ਮੁੰਡਾ ਵਿਆਹ ਕੇ ਲਿਆਉਣਾ। ਕਹਿੰਦਾ ਕੋਈ ਨਹੀਂ, ਫਿਰ ਮੁੰਡਾ ਵਿਆਹ ਲਵਾਂਗੇ ਆਪਾਂ। ਕਹਿੰਦੇ ਚੰਗਾ। ਤੱਛਕ ਦੀ ਡਿਊਟੀ ਲਾਤੀ ਵੀ ਜਾ ਬਈ, ਜਾ ਕੇ ਜਿੱਥੇ ਵੀ ਰਾਣੀ ਹੈਗੀ ਉਹਨੂੰ ਡੰਗ ਦੇ। ਉਹ ਗੁੱਗੇ ਦੇ ਸਹੁਰੀ ਗਿਆ, ਉੱਥੇ ਜਾ ਕੇ ਦੇਖੀ ਸੀਰੀਅਲ ਸੀ ਉਹਦਾ ਨਾਂ ਵੀ ਕਿੱਥੇ ਹੈ, ਮਹਿਲਾ ਮੂਹਲਾਂ 'ਚ ਦੇਖੀ ਕਿਤੇ ਨਾ ਥੇ। ਅਖੀਰ ਸਾਉਣ ਦਾ ਮਹੀਨਾ, ਤੀਆਂ ਦੇਖਣ ਗਈਆਂ ਨੇ ਕੁੜੀਆਂ। ਪੀਂਘ ਝੂਠ ਦੀ ਨਿਗਾਹ ਪੈ ਗਈ ਵੀ ਹੋ ਝੂਠ ਦੀ ਹੈ ਪੀਂਘ। ਨਿੱਕਾ ਜਿਹਾ ਬਣ ਕੇ ਸਪੋਲੀਆ ਚੜ੍ਹ ਗਿਆ ਤਾਂ ਦਰਖਤ 'ਤੇ, ਲਾਸ਼ ਦੇ ਉੱਤੋਂ ਦੀ ਉਤਰਿਆ ਆ। ਜਦੋਂ ਕੋਲੇ ਆ ਗਿਆ, ਉਹੀ ਧਾਰ ਕੇ ਵੱਡਾ ਸਰੂਪ ਮਾਰਿਆ ਡੰਗ, ਕਰਤੀ ਪੀਲੀ ਰਾਜਕੁਮਾਰੀ। ਸੀਰੀਅਲ ਤਰਥੋਲਾ ਪੈ ਗਿਆ ਤੀਆਂ 'ਚ, ਭੱਜ ਲੀਆਂ ਕੁੜੀਆਂ। ਬੂਹ ਕਿੱਡਾ ਸੱਪ ਹੈ, ਸੱਪ ਦੀ ਤਾਂ ਊਂ ਹੀ ਦਹਿਸ਼ਤ ਵੱਡੀ ਹੁੰਦੀ ਹੈ, ਹਰੇਕ ਬੰਦਾ ਡਰਦਾ ਦੇਖ ਕੇ। ਅਤੇ ਸੱਪ ਬੰਦੇ ਨੂੰ ਦੇਖ ਕੇ ਡਰਦਾ, ਬੰਦਾ ਸੱਪ ਨੂੰ ਦੇਖ ਕੇ ਡਰਦਾ। ਹੁਣ ਜਦੋਂ ਐਡਾ ਸੱਪ ਦੇਖਿਆ, ਪੀਂਘ ਦੇ ਉੱਤੋਂ ਡਿੱਗ ਪਿਆ, ਹਾਹਾਕਾਰ ਹੋ ਗਈ। ਭੱਜ ਗਈਆਂ ਕੁੜੀਆਂ, ਕੋਈ ਕਿਧਰੇ ਨੂੰ ਉੱਡ ਗਈ, ਕੋਈ ਕਿਧਰੇ ਨੂੰ, ਕਈ ਡਿੱਗ ਪਈਆਂ ਭੱਜੀਆਂ ਜਾਂਦੀਆਂ। ਚੱਕ ਕੇ ਸੀਰੀਅਲ ਨੂੰ ਮਹਿਲਾ 'ਚ ਲੈ ਗਏ। ਹੁਣ ਮਹਿਲਾ ਜਦੋਂ ਲੈ ਗਏ, ਸ਼ੋਰ ਪੈ ਗਿਆ, ਬੜਾ ਮਾੜਾ ਕੰਮ ਹੋਇਆ। ਹੁਣ ਉੱਧਰੋਂ ਉਹ ਪਾ ਕੇ ਬਗਲੀ ਬਣ ਕੇ ਵੈਦ ਹਕੀਮ, ਤੱਛਕ ਨਾਗ ਕਹਿੰਦਾ ਬਈ ਵੈਦ ਹਕੀਮ। ਜਦੋਂ ਰਾਜੇ ਨੇ ਸੁਣਿਆ, ਵਜ਼ੀਰ ਕਹਿੰਦਾ ਜੀ ਇੱਕ ਵੈਦ ਹਕੀਮ ਲੰਘਿਆ ਜਾਂਦਾ। ਕਹਿੰਦਾ ਬੁਲਾ ਲਓ, ਸ਼ਾਇਦ ਕੋਈ ਫਾਇਦਾ ਹੋ ਜੇ। ਬੁਲਾ ਲਿਆ। ਕਹਿੰਦੇ ਜੀ ਰਾਜੇ ਦੀ ਲੜਕੀ ਡੰਗਤੀ। ਜਾ ਕੇ ਬਹਿ ਗਿਆ। ਅੱਧਾ ਘੰਟਾ ਪੌਣਾ ਘੰਟਾ ਬੀਤ ਗਿਆ, ਪਰ ਬੋਲਦਾ ਨਹੀਂ, ਦੇਖੀ ਜਾਂਦਾ। ਕਹਿੰਦੇ ਮਹਾਰਾਜ ਦੱਸੋ ਕੁਛ। ਕਹਿੰਦਾ ਵੀ ਮੇਰੇ ਸਮਝ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਤੁਸੀਂ ਜ਼ਬਾਨ ਕਰਕੇ ਮੁੱਕਰੇ ਹੋਏ ਹੋ, ਮੁਸ਼ਕਿਲ ਹੈ ਲੜਕੀ ਦਾ ਜਿਉਂਦਾ ਹੋਣਾ। ਉਹ ਕਹਿੰਦੇ ਜੀ ਜ਼ਬਾਨ ਕਰਕੇ। ਕਹਿੰਦੇ ਹਾਂ। ਕਹਿੰਦਾ ਪਹਿਲਾਂ ਜਿੱਥੇ ਕਿਤੇ ਮੰਗੀ ਹੋਈ ਹੈ ਤੁਸੀਂ ਉਹਨਾਂ ਨੂੰ ਜਵਾਬ ਦੇ ਤਾ। ਕਹਿੰਦੇ ਹਾਂ ਜੀ ਦਿੱਤਾ, ਸੱਚ ਹੈ ਗੱਲ। ਕਹਿੰਦਾ ਫਿਰ ਬਚਨ ਕਰੋ ਵੀ ਲੜਕੀ ਉੱਥੇ ਹੀ ਵਿਆਹੋਗੇ, ਫਿਰ ਤਾਂ ਮੈਂ ਕਰ ਦਿੰਦਾ ਜਿਉਂਦੀ, ਨਹੀਂ ਫਿਰ ਤੁਹਾਡੀ ਲੜਕੀ ਪਈ ਹੈ, ਝੋਲਾ ਪਾ ਲਿਆ ਗਲ 'ਚ, ਆਪਾਂ ਚੱਲਦੇ ਹਾਂ। ਕਹਿੰਦੇ ਨਾ ਮਹਾਰਾਜ ਤੁਸੀਂ ਲੜਕੀ ਜਿਉਂਦੀ ਕਰੋ। ਆਪਣਾ ਗਰੜ ਵਗੈਰਾ ਪੜ੍ਹ ਕੇ ਖਿੱਚ ਲਈ ਜ਼ਹਿਰ, ਲੜਕੀ ਬੈਠੀ ਹੋਊਗੀ। ਉਹ ਰਾਜਾ ਦੇ ਵਜ਼ੀਰ ਸਲਾਹ ਕਰਦੇ ਨੇ ਦੂਰ ਖੜ੍ਹੇ ਵੀ ਇਹ ਕੀ ਕਰੀਏ ਆਪਾਂ। ਹੁਣ ਆਪਾਂ ਇਹਨੂੰ ਕਹਿ ਤਾਂ ਬੈਠੇ ਵੀ ਲੜਕੀ ਉੱਥੇ ਵਿਆਹਾਂਗੇ। ਉਹ ਕਹਿੰਦੇ ਐਂ ਕਹਿ ਦੇ ਵੀ ਜਨ ਪਰਸੋਂ ਨੂੰ ਆ ਜੇ, ਬਾਟ ਦੂਰ ਦੀ ਹੈ, ਪਰਸੋਂ ਨੂੰ ਆ ਨਹੀਂ ਸਕਦੇ, ਗੱਲ ਰਹਿ ਜੂਗੀ।
ਉਹ ਕਹਿੰਦੇ ਚੰਗਾ ਜੀ ਐਂ ਕਰੋ, ਜਾਓ ਜਾ ਕੇ ਉਹਨਾਂ ਨੂੰ ਕਹਿ ਦਿਓ ਪਰਸੋਂ ਨੂੰ ਬਰਾਤ ਲੈ ਕੇ ਆ ਜਾਣਾ। ਕਹਿੰਦੇ ਚੰਗਾ ਜੀ। ਹੁਣ ਆ ਕੇ ਦਰਸ਼ਕ ਨੇ ਗੁਰੂ ਗੋਰਖਨਾਥ ਨੂੰ ਕਹਿੰਦਾ ਮਹਾਰਾਜ, ਕਹਿੰਦਾ ਹਾਂ, ਕਹਿੰਦਾ ਪਰਸੋਂ ਨੂੰ ਬਰਾਤ ਮੰਗਾਈ ਹੈ। ਬੋਲੋ, ਕਹਿੰਦਾ ਪਰਸੋਂ ਨੂੰ, ਕਹਿੰਦਾ ਹਾਂ, ਕਹਿੰਦਾ ਅੱਜ ਹੀ ਹੱਥੋਂ ਨੂੰ ਵਗ ਚੱਲਦੇ ਆ। ਪਰਸੋਂ ਕਿਹਦੀ ਆਈ? ਕਰ ਲਏ ਭੈਰੋਂ ਭੂਤ ਇਕੱਠੇ ਸਾਰੇ, ਕਾਲੀ ਹਨੂਮਾਨ ਸਭ ਸੱਦ ਲਏ। ਕਹਿੰਦਾ ਆ ਜਾਓ ਵੀ ਓਏ, ਮਸਾਣੀ ਮੈਦਾਨ ਵਾਲੀ ਵਿੱਚੇ ਘੋਰੀ, ਆ ਜਾਓ ਕਹਿੰਦਾ ਸਾਰੇ ਬਰਾਤ ਚੱਲਣਾ ਗੁੱਗੇ ਦੀ। ਗੁੱਗਾ ਸੱਦ ਲਿਆ, ਕਹਿੰਦਾ ਬੰਨ ਮਾਈ ਸੇਰੇ ਦੇ, ਮੀਂਹ ਚੱਕਾਂ ਹੋਈ, ਕਹਿੰਦਾ ਧੂਣੇ 'ਤੇ ਬਹਿ ਕੇ ਸਾਰਾ ਧੂਣੇ ਚੱਕ ਕੇ ਗੁੱਗੇ ਦੇ ਸਹੁਰੀ ਮਾਰਿਆ। ਉੱਥੇ ਜਾ ਕੇ ਉਹ ਨਿੱਕੇ ਨਿੱਕੇ ਬਣਾਤੇ ਜਵਾਕ ਖੇਡਦੇ ਤੁਰੇ ਫਿਰਦੇ ਨੇ। ਸੁਨੇਹਾ ਲਾਤਾ, ਕਹਿੰਦੇ ਬਰਾਤ ਆ ਗਈ ਬਈ, ਆਓ ਮਿਲਣੀ ਕਰੋ। ਹੈਰਾਨ ਪਰੇਸ਼ਾਨ ਵੀ ਆਪਾਂ ਪਰਸੋਂ ਗਏ ਜਿਹੜਾ ਦੂਜੀ ਦਿਨ ਆ ਬੈਠੇ ਪਤੰਦਰ ਆਏ ਕਾਹਦੇ? ਕੋਈ ਗੱਡਾ ਭੇਡਾ ਨਹੀਂ ਜਿਹਦਾ, ਕੋਈ ਹਵਾਈ ਜਹਾਜ਼ ਨਹੀਂ, ਕੁਛ ਤਾਂ ਜੀ ਨਹੀਂ ਇਹਨਾਂ ਕੋਲ। ਇਹ ਆਏ ਕਾਹਦੇ ਨੇ? ਹੈਰਾਨ ਪਰੇਸ਼ਾਨ ਮਿਲ ਨਹੀਂ ਕਰੀ। ਕਹਿੰਦੇ ਮਹਾਰਾਜ ਆ ਜਵਾਕਾਂ ਨੂੰ ਭੇਜ ਲਿਓ, ਚਾਹ ਪਾਣੀ ਪੀ ਆਉਣਗੇ, ਰੋਟੀ ਦਾ ਕਿਸੇ ਟਾਈਮ ਮਿਲੂਗੀ, ਕਿਉਂ ਵਿਆਹ ਸ਼ਾਦੀ ਵਿੱਚ ਕੰਮ ਹੀ ਇਹੋ ਜਿਹੇ ਹੁੰਦੇ ਨੇ, ਰੋਟੀ ਨੂੰ ਟਾਈਮ ਲੱਗੂ। ਹੁਣ ਭੈਰੋਂ, ਕਾਲੀ, ਹੜੰਬਾ, ਰਾਕਸ਼ਣੀ, ਮੈਦਾਨ ਵਾਲੀ ਵਗੈਰਾ ਸਾਰੇ ਭੇਜਦੇ ਜਵਾਕ ਬਣੇ ਹੋਏ, ਜਾਓ ਵੀ ਚਾਹ ਪੀ ਆਓ। 21 ਕੋਠੇ ਭਰੇ ਹੋਏ ਮਠਿਆਈ ਦੇ, ਚੱਟ ਤੇ ਸਾਰੇ 2.5 ਮਣ ਪੱਕੀਆਂ ਸੁੱਕੀਆਂ ਮਿਰਚਾਂ ਚੱਬਤੀਆਂ, ਆਟੇ ਦੇ ਮਾਰ ਤੇ ਫੱਕੇ, ਦੇ ਤੇਰੀ ਦੀ ਲੈ ਤੇਰੀ ਦੀ। ਹਨੂਮਾਨ ਵਰਗੀ ਕਿਹੜਾ ਰਾਜਦੇ ਨੇ, ਆਟੇ ਦੀ ਬੋਰੀ ਮਾਰਿਆ ਕਰੇ ਸਿੱਧੀ, ਜਿੱਥੇ ਬਦਾਣਾ ਦਿਸੇ ਆਮ ਮਾਰਿਆ ਕਰੇ ਚੱਕ ਕੇ ਵੱਡਾ ਫੱਕਾ, ਸਭ ਚੱਟ ਤੇ। ਜਦੋਂ ਚੱਟ ਤੇ ਮਗਰੋਂ ਹੜੰਬਾ ਕਹਿੰਦੀ ਘੋਰੀ ਦੇ ਮਾਰ ਕੇ ਹੁੱਜ, ਕਹਿੰਦੀ ਬੈਠਾ ਕੀ ਕਰਦਾ? ਕਹਿੰਦਾ ਕੀ? ਕਹਿੰਦੀ ਮੱਖੀਆਂ ਬਹਿੰਦੀਆਂ ਨੇ ਚੱਟ ਕੰਧਾਂ, ਸਾਰੀਆਂ ਕੰਧਾਂ ਚੱਟ ਕਰੀ ਕਰਤੀ, ਵੀ ਮਠਾਸ ਨਾ ਰਹਿ ਜੇ ਕਿਤੇ ਨਾਲ ਲੱਗੀ। ਜਾ ਕੇ ਕਹਿੰਦੇ ਚੰਗਾ ਜੀ ਅਸੀਂ ਜਾਂਦੇ ਹਾਂ। ਕਹਿੰਦੇ ਜਾਓ ਭਾਈ, ਬਾਬੇ ਕੋਲ ਖੇਡਾਂਗੇ। ਬਸ ਬਣ ਕੇ ਉਹੀ ਜਵਾਕ ਭੱਜ ਲਏ। ਜਦੋਂ ਮਗਰੋਂ ਕਹਿੰਦੇ ਵੀ ਬਰਾਤ ਨੂੰ ਬੁਲਾਓ, ਰੋਟੀ ਰੂਟੀ, ਕਹਿੰਦੇ ਦੇਖੋ ਜੀ ਕੋਠੇ। ਜਦੋਂ ਹਲਵਾਈ ਕਿਹਾ ਵੀ ਆਪਾਂ ਲਿਆਓ ਭਾਈ ਮਿਠਾਈ, ਕਹਾ ਤਿਆਰ ਹੈ ਜੀ ਸਾਰਾ ਕੁਛ, ਬਸ ਚੱਖ ਲਓ ਜਿਹੜਾ ਕੋਈ ਮਰਜ਼ੀ। ਜਦੋਂ ਪ੍ਰੀਹੇ ਅੰਦਰ ਵੜਨ ਲੈ ਕੇ ਬੈਠ ਗਿਆ, ਉੱਥੇ ਕੁਛ ਬਣਾ। ਕਹਿੰਦੇ ਤਾਂ ਕੁਛ ਵੀ ਨਹੀਂ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਆ ਜਾਓ ਮਹਾਰਾਜ ਤੁਸੀਂ ਦੇਖੋ। ਜਦੋਂ ਦੇਖਿਆ ਕਿਸੇ ਕੋਠੇ 'ਚ ਵੀ ਕੁਛ ਨਾ। ਕਹਿੰਦੇ ਜੀ ਇਹ, ਕਹਿੰਦਾ ਕੀ ਕੋਠੇ ਭਰੇ ਦੇ ਮਿਠਾਈ ਦੇ, ਇੰਨੇ ਦਿਨ ਹੋ ਗਏ ਹਲਵਾਈ ਲੱਗਿਆ ਨੂੰ, ਇਹ ਗਏ ਕਿੱਧਰ? ਕਹਿੰਦੇ ਜੋ ਜਵਾਕ ਖਾ ਗਏ। ਕਹਿੰਦਾ ਫਿਰ ਜਵਾਕ ਨਹੀਂ ਹਨ, ਉਹ ਇਹ ਤਾਂ ਕੋਈ ਵੱਡੇ ਕੰਮ ਹੈ। ਲੈ ਕੇ ਵਜ਼ੀਰ ਨੂੰ ਨਾਲ ਨਜ਼ਰਾਨੇ ਲੈ ਕੇ ਆ ਕੇ ਗੋਰਖਨਾਥ ਦੇ ਧੂਣੇ 'ਤੇ ਤਰਸਤੇ। ਕਹਿੰਦੇ ਮਹਾਰਾਜ ਸਾਨੂੰ ਬਖਸ਼ੋ, ਅਸੀਂ ਭੁੱਲਣਹਾਰ ਹਾਂ, ਸਾਡੇ 'ਤੇ ਕਿਰਪਾ ਕਰੋ। ਚੱਕ ਕੇ ਧੂਣੇ ਦੀ ਰਾਖ ਕਹਿੰਦਾ ਲੈ ਜਾਂ ਛਿੜਕਦੀ ਉਹਨਾਂ ਕੋਠਿਆਂ 'ਚ ਰਾਖ ਲੱਗ ਸਿੱਟੀ। ਉਹ ਜਿਵੇਂ ਕੋਠੇ 9 ਭਰੇ ਪਏ ਨੇ, ਡੱਕ ਤੇ ਮਿਠਾਈ ਦੇ। ਕਹਿੰਦਾ ਸਾਰੇ ਪਿੰਡ ਨੂੰ ਖਵਾ ਦੇ, ਵੀ ਸ਼ੱਕ ਲਾਮ ਵਾਲੇ ਪਿੰਡ ਵੀ ਸੱਦ ਲੈ। ਹਾਂ, ਇਹ ਸਾਧੂ ਲੋਕ ਜਿਹੜੇ ਹੁੰਦੇ ਨੇ ਨਾ, ਬੜੀ ਤਾਕਤ ਦੇ ਮਾਲਕ ਹੁੰਦੇ ਨੇ, ਐਵੇਂ ਨਹੀਂ ਸਾਧੂ ਬਣਿਆ ਜਾਂਦਾ। ਜਦੋਂ ਇਹ ਅੰਨਪੂਰਨਾ ਦੇਵੀ ਲਾਉਂਦੇ ਨਾ, ਚਾਹੇ ਸ਼ੇਰ ਪੱਕੀ ਕੜਾਹ ਹੋਵੇ, ਸਾਰੀ ਸੰਗਤ ਖਾ ਲੇ, ਪਰ ਉਹਦੇ ਵਿੱਚੋਂ ਪ੍ਰਸ਼ਾਦ ਨਹੀਂ ਮੁੱਕਦਾ ਹੈ। ਜਦੋਂ ਅੰਨਪੂਰਨਾ ਦੇਵੀ ਦਾ ਪਹਿਰਾ ਹੋ ਜਾਏ ਇੱਥੇ, ਹੁਣ ਅੰਨਪੂਰਨਾ ਦਾ ਲੱਗਿਆ ਪਹਿਰਾ, ਕੋਠੇ ਭਰੇ ਪਏ ਨੇ ਮਿਠਾਈਆਂ ਦੇ। ਕਹਿੰਦਾ ਖਾਈ ਚਲੋ, ਕੜ ਜੋ ਮਰਜ਼ੀ ਖਾਓ, ਐਸ਼ ਕਰੋ। ਸਾਰੇ ਨੇ ਆਨੰਦ ਮੰਗਲ ਫੇਰ ਕੀਤਾ। ਭੈਰੋਂ ਕਹਿੰਦਾ ਬਾਬਾ, ਕਹਿੰਦਾ ਹਾਂ, ਕਹਿੰਦਾ ਕਿਹੜਾ ਫੇਰ ਜਾਈਏ? ਕਹਿੰਦਾ ਨਹੀਂ ਬਸ ਬਹੁਤ ਹੈ ਹੁਣ। ਕਹਿੰਦਾ ਬਹੁਤ ਹੈ ਹੁਣ ਨਹੀਂ ਜਾਣਾ ਹੈ। ਕਹਿੰਦੇ ਚੰਗਾ ਜੀ ਤੁਹਾਡੀ ਮਰਜ਼ੀ ਹੈ। ਜਾ ਕੇ ਫੇਰੇ ਹੋ ਗਏ, ਬਹੁਤ ਦਾਜ ਦਹੇਜ ਦੇ ਕੇ ਗੁੱਗੇ ਨੂੰ ਉੱਥੋਂ ਵਿਦਾ ਕਰਤਾ। ਗੋਰਖਨਾਥ ਜੀ ਲੈ ਕੇ ਸੀਰੀਆ ਨੂੰ ਨਾਲ, ਉਹਦੇ ਦੇਸ਼ ਦੁੱਧਾ ਹੇੜੀ, ਜਾਣੀ ਹੁਣ ਜਿਹਨੂੰ ਦਸਰੇੜਾ ਕਹਿੰਦੇ ਆ, ਇੱਥੇ ਪਹੁੰਚ ਗਏ। ਇੱਥੇ ਪਹੁੰਚ ਕੇ ਹੁਣ ਰੋਜ਼ ਦੀ ਕਲਾ ਕਲੇਸ਼ ਫੇਰ ਉਹੀ, ਕਦੇ ਬੁੜੀ ਲੜ ਪਿਆ ਕਰੇ ਕਾਂਸਲ, ਕਦੇ ਉਰਜਣ ਤੇ ਸੁਰਜਣ ਲੜ ਪਿਆ ਕਰਨ। ਅਖੀਰ 2-4 ਸਾਲ ਵਿਆਹ ਹੋਏ ਨੂੰ ਲੰਘੇ। ਜਦੋਂ ਨਾ ਹਟੇ, ਇੱਕ ਦਿਨ ਅੱਕ ਕੇ ਬਾਂਸਲ ਕਹਿੰਦੀ ਗੁੱਗਿਆ, ਕਹਿੰਦਾ ਹਾਂ, ਕਹਿੰਦੀ ਚੱਕ ਪੁੱਤ ਹਥਿਆਰ, ਅੱਜ ਫਿਰ ਰੋਜ਼ ਦਾ ਕੰਮ ਮੁਕਾ ਕੇ ਮੁੜੀ। ਐਵੇਂ ਰੋਜ਼ ਨਹੀਂ ਘੈਂਸ ਸੁਣੀ ਜਾਂਦੀ।
ਕਹਿੰਦਾ ਲੈ ਮਾਤਾ, ਲਾ ਕੇ ਹਥਿਆਰ ਚੜ੍ਹ ਗਿਆ ਜੰਗ ਨੂੰ। ਕਹਿੰਦਾ ਆਓ ਬਈ। ਜੰਗ ਹੋਇਆ ਬਹੁਤ ਭਾਰੀ ਦੋਨਾਂ ਧਿਰਾਂ 'ਚ। ਅਖੀਰ ਗੁੱਗੇ ਨੇ, ਕਿਉਂਕਿ ਗੋਰਖਨਾਥ ਦਾ ਵਚਨ ਹੋਇਆ ਹੋਇਆ, ਸਾਧੂ ਬੋਲੇ ਸਹਿਜ ਸੁਭਾਏ, ਸਾਧ ਦਾ ਬੋਲ ਬਿਰਥਾ ਨਾ ਜਾਏ, ਕਿ ਤੇਰਾ ਪੁੱਤ ਉਹਨਾਂ ਦੋਨਾਂ ਦੇ ਸਿਰ ਵੱਢ ਕੇ ਨੇਜੇ ਤੇ ਟੰਕੇ ਲਿਆਊਗਾ। ਹੁਣ ਮਾਸੀ ਦੇ ਪੁੱਤ ਦੋਨੇ ਉਰਜਣ ਤੇ ਸੁਰਜਣ ਗੁੱਗੇ ਦੇ ਸਾਹਮਣੇ ਟੰਗਲੇ ਸਿਰ ਨੇਜੇ ਤੇ ਸਿਰ ਟੰਗ ਕੇ ਆ ਕੇ ਮਾਂ ਕੋਲੇ ਕਹਿੰਦਾ ਆ ਲੈ। ਮਾਂ ਦਾ ਗੁੱਸਾ ਚੜ੍ਹ ਗਿਆ 7ਵੇਂ ਅਸਮਾਨ ਤੇ ਵੀ ਮੇਰੀ ਭੈਣ ਦੀ ਗੋਦ ਖਾਲੀ ਕਰਿਆ। ਕਹਿੰਦੀ ਗੁੱਗਿਆ। ਕਹਿੰਦਾ ਹਾਂ। ਕਹਿੰਦੀ ਗਰਕ ਹੋ ਜਾ, ਮੇਰੇ ਮੱਥੇ ਨਾ ਲੱਗੀ ਮੁੜ ਕੇ, ਜਾਂ ਗਰਕ ਹੋ ਜਾ। ਉੱਥੋਂ ਘੋੜਾ ਮੋੜਤਾ ਵਾਪਸ। ਘੋੜਾ ਮੋੜ ਕੇ ਵਾਪਸ ਸੋਚ ਲਿਆ ਮਨ ਦੇ ਵਿੱਚ ਵੀ ਹੁਣ ਕਿਹਦੇ ਕੋਲੇ ਜਾਇਆ ਜਾਵੇ। ਧਰਤੀ ਨੂੰ ਕਿਹਾ ਮੈਨੂੰ ਵਿਆੜ ਦੇ। ਕਹਿੰਦੀ ਮੁਸਲਮਾਨ ਬਣ ਜੇ ਮੇਰੇ 'ਚ ਆਉਣਾ। ਹਿੰਦੂ ਨੂੰ ਮੈਂ ਵਿੱਚ ਨਹੀਂ ਵੜ ਸਕਦੀ, ਸਮਾ ਹੀ ਨਹੀਂ ਸਕਦਾ ਮੇਰੇ 'ਚ ਹਿੰਦੂ। ਫਿਰ ਬਠਿੰਡੇ ਹਾਜੀ ਰਤਨ ਕੋਲੇ ਪਹੁੰਚਿਆ। ਹਾਜੀ ਰਤਨ ਨੂੰ ਜਾ ਸਲਾਮ ਕੀਤੀ, ਮਹਾਰਾਜ ਮੈਨੂੰ ਕਲਮਾ ਪੜ੍ਹਾਓ, ਮੁਸਲਮਾਨ ਬਣਾਓ। ਕਹਿੰਦਾ ਵੀ ਮੈਂ ਨਹੀਂ ਬਣਾ ਸਕਦਾ, ਮੇਰੇ ਕੋਲ ਐਡੀ ਪਾਵਰ ਹੀ ਨਹੀਂ ਹੈ। ਫਿਰ ਤੂੰ ਗੋਰਖ ਦੇ ਵਚਨਾਂ ਨਾਲ ਪੈਦਾ ਹੋਇਆ, ਰਿੱਧੀ ਸਿੱਧੀ ਦਾ ਮਾਲਕ ਹੈ ਪੂਰਾ, ਤੈਨੂੰ ਮੈਂ ਮੁਸਲਮਾਨ ਨਹੀਂ ਬਣਾ ਸਕਦਾ। ਕਹਿੰਦਾ ਫਿਰ ਬਾਬਾ ਬਣਨਾ ਜ਼ਰੂਰ ਹੈ। ਫਿਰ ਬਾਬਾ ਹਾਜੀ ਰਤਨ ਚੜ੍ਹਿਆ ਬੋਤੀ 'ਤੇ, ਗੁੱਗਾ ਜਹਰ ਪੀਰ ਆਪਣੇ ਘੋੜੇ 'ਤੇ ਹੈ। ਫਿਰ ਕਿੱਥੇ ਅਜਮੇਰ ਪਹੁੰਚ ਗਏ ਖਵਾਜਾ ਮੁਈਨੁੱਦੀਨ ਚਿਸ਼ਤੀ ਕੋਲੇ। ਉਹਨੇ ਪੜ੍ਹਾਈ 5 ਕਲਮੇ, ਗੁੱਗੇ ਨੂੰ ਅਜ਼ਾਨ ਸਿਖਾਈ। ਜਾਨੇ ਜਿੰਨੇ ਇਸਲਾਮ ਧਰਮ ਦੇ ਨੇਮ ਨੇ ਉਹ ਸਾਰੇ ਗੁੱਗੇ ਨੂੰ ਸਮਝਾਤੇ ਵੀ ਐਂ ਤੜਕੇ ਵਜੂ ਕਰਨਾ ਹੈ, ਹੱਥ ਐਂ ਨਮਾਜ਼ ਪੜ੍ਹਨੀ ਹੈ, ਐਂ ਇੰਨੇ ਵਜੇ ਪੜ੍ਹਨੀ ਹੈ, ਇੰਨੇ ਵਾਰੀ ਪੜ੍ਹਨੀ ਹੈ। 5 ਕਲਮੇ ਇਹ ਪੜ੍ਹਨੇ ਨੇ, ਐਂ ਅਜ਼ਾਨ ਦੇਣੀ ਹੈ। ਸਾਰਾ ਕੁਝ ਸੰਪੂਰਨ ਕਰਕੇ ਗੁੱਗੇ ਨੂੰ ਉੱਥੋਂ ਮੋੜਤਾ। ਹੁਣ ਗੁੱਗਾ ਵਾਪਸ ਆਉਂਦਾ। ਵਾਪਸ ਆ ਕੇ ਰਾਣੀ ਸੀਰੀਅਲ ਨੂੰ ਮਿਲਿਆ ਮਹਿਲਾਂ 'ਚ। ਕਹਿੰਦਾ ਲੈ ਰਾਣੀ, ਮੈਂ ਤਾਂ ਜਾ ਰਿਹਾ ਦੁਨੀਆ ਤੋਂ ਦੂਰ, ਪਰ ਤੂੰ ਮੇਰੀ ਗੱਲ ਯਾਦ ਰੱਖੀ, ਕਿਸੇ ਨੂੰ ਦੱਸੀ ਨਾ ਮੇਰਾ ਇਹ ਭੇਤ। ਮੈਂ ਤੇਰੇ ਕੋਲ ਰਾਤ ਨੂੰ ਲਾਜ਼ਮੀ ਆਇਆ ਕਰੂੰ, ਬੇਸ਼ੱਕ ਮੈਂ ਦੁਨੀਆ ਤੋਂ ਜਾ ਰਿਹਾ। ਹੁਣ ਗੁੱਗਾ ਇੰਨੀ ਗੱਲ ਕਹਿ ਕੇ ਵਾਪਸ ਆ ਗਿਆ। 40 ਕਿਲੋਮੀਟਰ ਦਾ ਫਰਕ ਹੈ ਇਹਦੇ ਪਿੰਡ ਤੋਂ। 40 ਕਿਲੋਮੀਟਰ ਹੈ ਉੱਥੋਂ ਦਾ ਨੇੜਾ, ਜਿੱਥੇ ਦੀ ਅੱਜ ਮਟੀ ਆ ਕਬਰ ਹੈ ਗੁੱਗੇ ਦੀ, ਜਿੱਥੇ ਮੇਲਾ ਭਰਦਾ। ਉੱਥੇ ਆ ਕੇ ਸੋਧੇ ਘੋੜੇ ਧਰਤੀ ਸਮਾ ਗਿਆ। ਕੱਲੀ ਕੈਨੀ ਕਲਗੀ ਬਾਹਰ ਹੈ, ਕਲਗੀ ਗੁੱਗੇ ਦੀ ਬਾਹਰ ਹੈ ਉਸ ਕਬਰ ਦੇ ਉੱਤੇ। ਮੈਂ ਅੱਖੀ ਦੇਖ ਕੇ ਆਇਆ। ਰਾਜਪੂਤਨੀਆਂ ਉੱਥੇ ਜਾਂਦੀਆਂ ਨੇ, ਉਹ ਕੀ ਕਰਦੀਆਂ ਨੇ, ਆਹ ਦੋਵੇਂ ਹੱਥ ਪੂਰੇ ਮੋਹਦੀ ਨਾਲ ਭਰ ਲੈਂਦੀਆਂ ਨੇ, ਸੰਖ ਮਾਰ ਦੇ ਉੱਤੇ ਜਾ ਕੇ ਨਾ ਐਂ ਮਾਰਦੀਆਂ ਨੇ ਦੋਨੇ, ਲਾਲ ਲਾਲ ਕਰੀਆਂ ਪਈਆਂ ਨੇ ਕੰਧਾਂ। ਉੱਥੇ ਬਹੁਤ ਭਾਰੀ ਮੇਲਾ ਭਰਦਾ। ਜਾਣੇ ਐਡਾ ਮੇਲਾ ਹਿੰਦੁਸਤਾਨ 'ਚ ਮੈਂ ਨਹੀਂ ਦੇਖਿਆ। 15 ਦਿਨ ਲੱਗਣ ਵਾਲਾ ਗੁੱਗੇ ਦਾ ਮੇਲਾ ਉਸ ਮਾੜੀ ਦੇ ਉੱਤੇ। ਹੁਣ ਗੁੱਗਾ ਰੋਜ਼ ਰਾਤ ਨੂੰ ਆਉਂਦਾ ਰਾਣੀ ਕੋਲੇ। ਰਾਣੀ ਹਾਰ ਸ਼ਿੰਗਾਰ ਲਾਉਂਦੀ ਹੈ। ਹੁਣ ਸੱਸ ਨੂੰ ਫਿਕਰ ਹੈ ਵੀ ਇਹ ਭਾਈਆਂ ਪਿੱਟੀ ਮੇਰਾ ਪੁੱਤ ਤਾਂ ਸਮਾ ਗਿਆ ਧਰਤੀ 'ਚ, ਇਹ ਹਾਰ ਸ਼ਿੰਗਾਰ ਲਾ ਕੇ ਕਿਹਨੂੰ ਦਿਖਾਉਂਦੀ ਹੈ। ਉਹ ਕਹਿੰਦੀ ਤੂੰ ਐਂ ਦੱਸ, ਨਹੀਂ ਮੈਂ ਤੈਨੂੰ ਮਹਿਲਾਂ 'ਚੋਂ ਕੱਢ ਦੂੰ, ਇੱਥੇ ਤੇਰਾ ਕੋਈ ਅਧਿਕਾਰ ਨਹੀਂ, ਤੈਨੂੰ ਜਾਣਾ ਪਊਗਾ। ਤੂੰ ਦੱਸ ਇਹ ਹਾਰ ਸ਼ਿੰਗਾਰ ਕਿਹਦੀ ਖਾਤਰ ਲਾਉਣੀ ਹੈ। ਕਹਿੰਦੀ ਮਾਂ ਤੈਂ ਕੀ ਲੈਣਾ, ਛੱਡ ਖੜਾ। ਕਹਿੰਦੀ ਫਿਰ ਤੇਰੇ ਕੋਲੇ ਜਾਂ ਤਾਂ ਕੋਈ ਤੇਰੇ ਕੋਲੇ ਆਉਂਦਾ ਜਾਂ ਤੂੰ ਜਾਨੀ ਹੈ। ਜਦੋਂ ਸਤਵੰਤੀ ਪਤੀਵਰਤਾ ਔਰਤ 'ਤੇ ਇਹ ਦੋਸ਼ ਲੱਗ ਜਾਵੇ ਤਾਂ ਉਹਦਾ ਮਰਨ ਹੋ ਜਾਂਦਾ ਹੈ। ਕਹਿੰਦੀ ਫਿਰ ਸੱਚੀ ਗੱਲ ਦੱਸਾਂ। ਕਹਿੰਦੀ ਹਾਂ ਸੁਣਨੀ ਸੱਚੀ ਹੈ ਮੈਂ, ਦੱਸ। ਕਹਿੰਦੀ ਫਿਰ ਹੋਰ ਬੰਦਾ ਨਹੀਂ ਕੋਈ ਆਉਂਦਾ ਇੱਥੇ ਹੋਰ। ਕਹਿੰਦੀ ਤੇਰਾ ਲਾਡਲਾ ਆਉਂਦਾ ਗੁੱਗਾ ਰੋਜ਼। ਉਸ ਰਾਤ ਆਇਆ, ਬਾਹਰ 'ਚ ਖੜ ਗਿਆ। ਕਹਿੰਦਾ ਰਾਣੀ ਬਚਨ ਹਾਰ ਗਈ, ਹਾਰ ਗਈ ਬਚਨਾਂ ਤੋਂ। ਵੀ ਤਾਂ ਦੱਸਿਆ ਕਿਉਂ? ਤੈਨੂੰ ਮੈਂ ਕਿਹਾ ਸੀ ਵੀ ਇਹ ਗੱਲ ਗੁਪਤ ਰੱਖੀ। ਅੱਜ ਤੋਂ ਮੁੜ ਕੇ ਗੁੱਗਾ ਨਹੀਂ ਆਉਂਦਾ ਹੈ। ਉੱਥੇ ਹੀ ਵਾਪਸ ਹੋ ਗਿਆ।
ਬਸ ਹੁਣ ਨਹੀਂ ਤੇਰੇ ਕੋਲੇ ਆਉਣਾ, ਬਸ ਅੱਜ ਤੋਂ ਆਪਣੀ ਤੇਰੀ ਮੇਰੀ ਕੋਈ ਰਿਹਾਜ ਨਹੀਂ, ਕੋਈ ਹੋ ਨਹੀਂ। ਸੋ ਇਹ ਪਟਿਆਲੇ ਨਾਭੇ ਇੱਧਰਲਾ ਪਾਸਾ ਜਿਹੜਾ ਪਾਧ ਦਾ ਇਲਾਕਾ ਹੈ, ਇਹ ਇਸ ਪੀਰ ਨੂੰ ਬਹੁਤ ਜ਼ਿਆਦਾ ਮੰਨਦੇ ਨੇ। ਹਰੇਕ ਪਿੰਡ ਦੇ ਵਿੱਚ ਜਾ ਕੇ ਦੇਖੋਗੇ ਤੁਸੀਂ, ਵੱਡਾ ਸਾਰਾ ਬਾਂਸ, ਹਰੇਕ ਪਿੰਡ ਦੇ ਵਿੱਚ ਗੁੱਗੇ ਦੀ ਕਬਰ ਬਣੀ ਹੋਈ ਹੈ। ਹਰੇਕ ਪਿੰਡ ਦੇ ਵਿੱਚ ਆ ਨਾਭਾ ਪਟਿਆਲਾ ਘੁੰਮ ਕੇ ਦੇਖੇ ਨੇ ਸਾਰੇ ਮੈਂ, ਸਰਹੰਦ ਤੱਕ ਇੱਥੇ ਗੁੱਗੇ ਦੀ ਮਾਨਤਾ ਹੈ ਸਾਰੀ, ਹੋਰ ਘੱਟ ਵੱਧ ਹੀ ਮੰਨਦੇ ਨੇ ਕਿਸੇ ਨੂੰ। ਸੋ ਇਹ ਇੰਨੀ ਤੀ ਭਾਈ